एक बहुत ਵੱਡਾ ਤਬਕਾ ਇਹੋ ਜਿਹੇ ਲੋਕਾਂ ਦਾ ਵੀ ਹੈ ਜੋ ਉੱਥੇ ਸਕੂਨ ਲਈ ਜਾਂਦੇ ਆ। ਤੁਸੀਂ ਰੂਹਾਨੀਅਤ ਵੇਖਦੇ ਹੋ ਉਹਨਾਂ ਲੋਕਾਂ ਦੇ ਚਿਹਰਿਆਂ ਤੇ, ਕਿਤੇ ਕੋਈ ਸ਼ਿਕਨ ਨਹੀਂ ਹੈਗੀ। ਸੋ ਉਹ ਇੱਕ ਅਲੱਗ ਹੀ ਐਸਾ ਅਹਿਸਾਸ ਹੈ ਔਰ ਸੱਚੀ ਇੱਦਾਂ ਲੱਗਦਾ ਕਿ ਜਿੱਦਾਂ ਲੋਕ ਅੱਗੇ ਗੁਰਦੁਆਰੇ ਮੰਦਰ ਜਾਂਦੇ ਸੀ, ਕੋਈ ਕਹਿੰਦਾ ਚੱਲ ਅਨੰਦਪੁਰ ਸਾਹਿਬ ਹੋਈਏ ਜਾਂ ਦਰਬਾਰ ਸਾਹਿਬ ਹੋਈਏ, ਹੁਣ ਇੱਦਾਂ ਲੱਗਦਾ ਵੀ ਚਲੋ ਯਾਰ ਵੀ ਚੱਲ ਸਿੰਘੂ ਬਾਰਡਰ ਹੋਈਏ। ਦੂਰ ਤਾਂ ਸਾਰਾ ਵੀ ਖਾਲਿਸਤਾਨੀ ਅੱਤਵਾਦੀ ਪ੍ਰੂਫ ਕਰਨ ਤੇ ਲੱਗਾ ਹੋਇਆ। ਤੇ ਜਿਹੜਾ ਦੂਜਾ ਪੱਖ ਆ, ਤੁਸੀਂ ਕਿਤੇ ਜਾ ਕੇ ਵੇਖੋ ਉੱਥੇ ਨਿੱਕੇ ਨਿੱਕੇ ਬੱਚੇ ਆ ਲੰਗਰ ਭਰ ਜਿਹੜੇ ਘਰਾਂ ਲੈ ਜਾਂਦੇ, ਉਹ ਤਾਂ ਦੁਆਵਾਂ ਕਰਦੇ ਹੋਣਗੇ ਵੀ ਇਹ ਹਮੇਸ਼ਾ ਫਸੇ ਹੀ ਰਹਿਣ ਇਸ ਪ੍ਰੋਬਲਮ 'ਚ। ਖੁਸ਼ ਨੇ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਿਸੇ ਦੇ ਚਿਹਰੇ 'ਤੇ ਤੁਹਾਨੂੰ ਸ਼ਿਕਨ ਨਹੀਂ ਮਿਲੂਗੀ, ਚਾਹੇ ਤੁਸੀਂ 90 ਸਾਲਾਂ ਦੇ ਬੇਬੇ ਜਾਂ ਬਾਪੂ ਨਾਲ ਗੱਲ ਕਰ ਲਓ, ਚਾਹੇ ਕਿਸੇ 4 ਸਾਲ ਦੇ ਨਿਆਣੇ ਨਾਲ ਗੱਲ ਕਰ ਲਓ, ਤੁਹਾਨੂੰ ਸਾਰੇ ਮੌਜ ਮਸਤੀ ਦੇ ਰੂਪ 'ਚ ਲੱਗਣਗੇ। ਆਉਣ ਵਾਲੇ ਸਮੇਂ 'ਚ ਵੇਖੋਗੇ ਤੁਸੀਂ ਕੋਰਟ, ਲੋਅਰ ਕੋਰਟ, ਹਾਇਰ ਕੋਰਟ ਦੇ ਕੋਈ ਵੀ ਕੋਰਟ, ਇਹ ਫੈਸਲੇ ਇਸੇ ਪਾਸਿਓਂ ਆਉਣਗੇ। ਦੈਨਿਕ ਉਜਾਲਾ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗੁਰਪ੍ਰੀਤ ਡੈਨੀ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਉੱਤੇ ਪਹਿਲੀ ਨਜ਼ਰ ਜਿਹੜੀ ਜਾਂਦੀ ਹੈ ਉਹ ਇਹ ਹੈ ਵੀ ਪੰਜਾਬ ਨੇ ਬਹੁਤ ਸਾਰੇ ਘੋਲ ਪਹਿਲਾਂ ਵੀ ਬਹੁਤ ਲੜੇ ਨੇ, ਤੇ ਅੱਜ ਜਿਹੜਾ ਘੋਲ ਲੜ ਰਿਹਾ ਪੰਜਾਬ, ਇਹ ਬਹੁਤ ਵੱਡਾ ਘੋਲ ਹੈ। ਬਹੁਤ ਸਾਰੇ ਇਹਦੇ ਵਿੱਚੋਂ ਜਿਹੜੇ ਮਾਮਲੇ ਆ ਉੱਭਰ ਕੇ ਸਾਹਮਣੇ ਆਏ ਨੇ, ਕਿਸਾਨਾਂ ਦੇ ਬਾਰੇ ਜਾਂ ਹੋਰ ਕੇਂਦਰ ਸਰਕਾਰ ਦਾ ਰਵੱਈਆ ਕੀ ਰਿਹਾ, ਕੇਂਦਰ ਲੋਕਾਂ ਦੀ ਸਰਕਾਰ ਹੈ ਜਾਂ ਕਿਹਨਾਂ ਦੀ ਸਰਕਾਰ ਹੈ, ਇਹ ਸਵਾਲ ਉੱਭਰ ਕੇ ਸਾਹਮਣੇ ਆ ਰਹੇ ਨੇ। ਅੱਜ ਸਾਡੇ ਨਾਲ ਰਾਇਲ ਟਰੈਵਲ ਦੇ MD ਅਰਵਿੰਦਰਪਾਲ ਸਿੰਘ ਹਾਜ਼ਰ ਨੇ। ਗੱਲਬਾਤ ਕਰਦੇ ਹਾਂ, ਪਿਛਲੇ ਦਿਨੀ ਜਾਏ ਨੇ ਸਿੰਘੂ ਬਾਰਡਰ ਤੇ, ਕੀ ਐਕਸਪੀਰੀਅੰਸ ਰਿਹਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਰ, ਤੁਸੀਂ ਜਾ ਕੇ ਆਏ ਹੋ ਸਿੰਘੂ ਬਾਰਡਰ ਤੇ, ਔਰ ਕਿਹੋ ਜਿਹਾ ਮਾਹੌਲ ਜਿਹੜਾ ਤੁਹਾਨੂੰ ਦਿਸਿਆ ਉੱਥੇ? ਮੈਂ ਕਈ ਵਾਰੀ ਗਿਆ ਮਤਲਬ ਇਸ ਸਮੇਂ ਦੇ ਵਿੱਚ, ਔਰ ਵਾਕਈ ਇੱਦਾਂ ਲੱਗਦਾ ਵੀ ਜਿੱਦਾਂ ਹੁਣ ਲੋਕਾਂ ਦੇ ਮੱਕੇ ਮਦੀਨੇ ਸ਼ਿਫਟ ਹੋ ਗਏ ਆ। ਸੰਘਰਸ਼ ਤੇ ਚਲੋ ਇੱਕ ਪਾਸਾ ਹੈ ਹੀ ਹੈ, ਬਟ ਦੂਸਰਾ ਇਹ ਆ ਕਿ ਕੁਛ ਲੋਕ ਉੱਥੇ ਜਜ਼ਬੇ ਲਈ ਜਾਂਦੇ ਆ, ਕੋਈ ਜੰਗ ਲਈ ਜਾਂਦੇ ਆ, ਕੋਈ ਲੋਕ ਆਪਣੀ ਵਿਚਾਰਧਾਰਾ ਨੂੰ ਉੱਥੇ ਰੱਖਣ ਜਾਂਦਾ। ਬਟ ਇੱਕ ਬਹੁਤ ਵੱਡਾ ਤਬਕਾ ਇਹੋ ਜਿਹੇ ਲੋਕਾਂ ਦਾ ਵੀ ਹੈ ਜੋ ਉੱਥੇ ਸਕੂਨ ਲਈ ਜਾਂਦੇ ਆ। ਤੁਸੀਂ ਰੂਹਾਨੀਅਤ ਵੇਖਦੇ ਹੋ ਉਹਨਾਂ ਲੋਕਾਂ ਦੇ ਚਿਹਰਿਆਂ ਤੇ, ਕਿਤੇ ਕੋਈ ਸ਼ਿਕਨ ਨਹੀਂ ਹੈਗੀ। ਸੋ ਉਹ ਇੱਕ ਅਲੱਗ ਹੀ ਐਸਾ ਅਹਿਸਾਸ ਹੈ ਔਰ ਸੱਚੀ ਇੱਦਾਂ ਲੱਗਦਾ ਕਿ ਜਿੱਦਾਂ ਲੋਕ ਅੱਗੇ ਗੁਰਦੁਆਰੇ ਮੰਦਰ ਜਾਂਦੇ ਸੀ, ਕੋਈ ਕਹਿੰਦਾ ਚੱਲ ਅਨੰਦਪੁਰ ਸਾਹਿਬ ਹੋਈਏ ਜਾਂ ਦਰਬਾਰ ਸਾਹਿਬ ਹੋਈਏ, ਹੁਣ ਇੱਦਾਂ ਲੱਗਦਾ ਵੀ ਚਲੋ ਯਾਰ ਵੀ ਚੱਲ ਸਿੰਘੂ ਬਾਰਡਰ ਹੋਈਏ। ਸੋ ਇਹ ਬਹੁਤ ਵੱਡਾ ਬਦਲਾਅ ਹੈ ਇਸ ਟਾਈਮ। ਬਹੁਤ ਸਾਰੀਆਂ ਕੇਂਦਰ ਸਰਕਾਰ ਦੇ ਜਿਹੜੇ ਇੱਥੇ ਨੁਮਾਇੰਦੇ ਨੇ ਉਹ ਗੱਲਾਂ ਫੈਲਾਉਂਦੇ ਨੇ ਕਿ ਉੱਥੇ ਵੱਖ-ਵੱਖ ਏਜੰਡਿਆਂ ਤੇ ਕੰਮ ਹੋ ਰਿਹਾ। ਉੱਥੇ ਖਾਲਿਸਤਾਨੀ ਬੈਠੇ ਨੇ, ਉੱਥੇ ਅੱਤਵਾਦੀ ਬੈਠੇ ਨੇ, ਉੱਥੇ ਮਾਓਵਾਦੀ, ਉੱਥੇ ਕਮਿਊਨਿਸਟ ਪਾਰਟੀ। ਹਾਲਾਂਕਿ ਕਿਸਾਨਾਂ ਦੇ ਜਥੇਬੰਦੀਆਂ ਦੇ ਲੀਡਰਾਂ ਨੂੰ ਵੀ ਮਾਓਵਾਦੀ ਕਿਹਾ ਜਾਂਦਾ। ਤੁਹਾਨੂੰ ਕੀ ਲੱਗਾ ਵੀ ਵਾਕਈ ਉੱਥੇ ਏਜੰਡਿਆਂ ਤੇ ਕੰਮ ਹੋ ਰਿਹਾ? ਇਹ ਤੇ ਨਲਾਇਕੀਆਂ ਛੁਪਾਉਣ ਵਾਲੀ ਇਹ ਭਾਸ਼ਾ ਹੈ, ਕਿਉਂਕਿ ਜਿਹੜਾ ਪ੍ਰਤੱਖ ਹੈ ਉਹਨੂੰ ਪ੍ਰਮਾਣ ਦੀ ਲੋੜ ਨਹੀਂ ਆ। ਔਰ ਤੁਸੀਂ ਵੇਖੋ ਬਹੁਤ ਜ਼ਿਆਦਾ ਇਸ ਤਬਕੇ ਨੇ ਇਹਦੇ ਲਈ ਕੋਈ ਨਾ ਤਾਂ ਕੋਈ ਦਲੀਲਾਂ ਦਿੱਤੀਆਂ, ਨਾ ਹੀ ਮੈਨੂੰ ਕੋਈ ਲੱਗਦਾ ਵੀ ਇਹਦੇ ਉੱਪਰ ਕੋਈ ਕਲੈਰਿਟੀ ਦੇਣ ਦੀ ਲੋੜ ਆ, ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਹੁੰਦੀ ਨਹੀਂ ਹੈ। ਸੋ ਜੇ ਮਤਲਬ ਜ਼ੋਰ ਤਾਂ ਸਾਰਾ ਵੀ ਖਾਲਿਸਤਾਨੀ ਅੱਤਵਾਦੀ ਪ੍ਰੂਫ ਕਰਨ ਤੇ ਲੱਗਾ ਹੋਇਆ। ਤੇ ਜਿਹੜਾ ਦੂਜਾ ਪੱਖ ਆ, ਤੁਸੀਂ ਕਿਤੇ ਜਾ ਕੇ ਵੇਖੋ ਉੱਥੇ ਨਿੱਕੇ ਨਿੱਕੇ ਬੱਚੇ ਆ ਲੰਗਰ ਭਰ ਜਿਹੜੇ ਘਰਾਂ ਲੈ ਜਾਂਦੇ, ਉਹ ਤਾਂ ਦੁਆਵਾਂ ਕਰਦੇ ਹੋਣਗੇ ਵੀ ਇਹ ਹਮੇਸ਼ਾ ਫਸੇ ਹੀ ਰਹਿਣ ਇਸ ਪ੍ਰੋਬਲਮ 'ਚ। ਉਹ ਇਲਾਕੇ ਦੀ ਸਾਰੇ ਜੂਨ ਸਵਾਰੀ ਹੀ ਇਦਾਂ ਦਾ ਹਿਸਾਬ ਆ। ਔਰ ਇਹ ਬੇਸਿਕਲੀ ਔਰ ਅਗਰ ਇਹ ਆਰਗੇਨਾਈਜ਼ਡ ਹੁੰਦਾ, ਇੱਕ ਜਿੱਦਾਂ ਅਸੀਂ ਕਹਿੰਦੇ ਨਾ ਕਿ ਕਿਸੇ ਦੀ ਮੂਵਮੈਂਟ ਆ, ਅਗਰ ਇਹ ਚਲਾਈ ਹੁੰਦੀ ਤਾਂ ਤੁਹਾਨੂੰ ਲੱਗਦਾ ਕਿ 15-20 ਲੱਖ ਲੋਕਾਂ ਨੂੰ ਕੋਈ ਇੱਕ ਬੰਦਾ ਕੰਟਰੋਲ ਕਰ ਸਕਦਾ। ਜਿੱਡੀ ਮਰਜ਼ੀ ਦੀ ਪਾਰਟੀ ਹੋਵੇ, ਪਾਰਟੀ ਨਹੀਂ ਕੰਟਰੋਲ ਕਰ ਸਕਦੀ। ਹਮੇਸ਼ਾ ਪਾਰਟੀਆਂ ਦਫ਼ਤਰਾਂ 'ਚ ਆਪਾਂ ਵੇਖਦੇ ਭੰਨ-ਤੋੜ ਹੁੰਦੀ ਰਹਿੰਦੀ ਹੈ। ਸੋ ਇਹ ਸੈਲਫ ਡਿਸਿਪਲਿਨ ਦੇ ਆਧਾਰ ਦੇ ਉੱਪਰ ਆ। ਇਹ ਕੁਛ ਡਿਵਾਈਨ ਪਾਵਰਸ ਨੇ, ਇਹ ਕੁਛ ਮਤਲਬ ਕਹਿ ਲਓ ਵੀ ਕੁਦਰਤੀ ਆ। ਇਹ ਹਰ ਬੰਦਾ ਆਪੋ ਆਪਣੇ ਡਿਸਿਪਲਿਨ 'ਚ ਬੰਨਿਆ ਹੋਇਆ ਉੱਥੇ, ਕਿਸੇ ਦਾ ਬੱਜਿਆ ਨਹੀਂ ਹੈਗਾ ਇੱਥੇ, ਕਿਉਂਕਿ ਕਿਸੇ ਦੇ ਬੱਜੇ ਤੇ ਇਹ ਘਰਦਿਆਂ ਦੇ ਨਹੀਂ ਬੱਜਦੇ ਜਦੋਂ ਉਹ ਜਾ ਕੇ ਮਸਲਾ ਆ ਜਾਵੇ। ਸੋ ਇਹ ਕਿਸੇ ਦੇ ਬੱਜੇ ਨਹੀਂ ਹੈ ਕਿ ਕਿਸੇ ਦੀ ਵਿਚਾਰਧਾਰਾ ਦੇ ਤੁਰ ਕੇ ਜਾਂ ਕਿਸੇ ਦੇ ਕਹਿਣ ਦੇ ਉੱਪਰ ਉਕਸਾ ਕੇ ਜਾਂ ਕਿਸੇ ਨੇ ਖੱਬੇ ਪੱਕੀ ਸੱਜੇ ਪੱਕੀ ਖਾਲਿਸਤਾਨੀ ਫਲਾਣੇ ਨੇ ਕਿਸੇ ਨੂੰ ਤੋੜ ਲਿਆ। ਇਹੋ ਜਿਹਾ ਤਾਂ ਮਤਲਬ ਹੀ ਪੈਦਾ ਨਹੀਂ ਹੁੰਦਾ। ਹਾਂ, ਇਹ ਵਨਨੈਸ ਵਾਲੀ ਫੀਲਿੰਗ ਆ, ਇਹ ਯੂਨਿਟੀ ਦੀ ਫੀਲਿੰਗ ਆ, ਇਹ ਸਾਂਝੀ ਫੀਲਿੰਗ ਆ, ਇਹ ਕੌਮੀਅਤ ਦੀ ਫੀਲਿੰਗ ਆ, ਇਹ ਤੁਹਾਡੇ ਜੀਂਦੇ ਹੋਣ ਦਾ ਅਹਿਸਾਸ ਆ। ਇਹ ਜਿਹੜਾ ਮੈਂ ਬੋਲਿਆ ਨਾ ਕਿ ਤੁਹਾਡੇ ਜਿਉਂਦੇ ਹੋਣ ਦਾ ਅਹਿਸਾਸ ਆ। ਹੁਣ ਜਿਹੜੇ ਸ਼ਖਸ ਨੂੰ ਲੱਗਦਾ ਕਿ ਮੇਰੇ 'ਚ ਪ੍ਰਾਣ ਹੈਗੇ, ਮੈਂ ਜਿਉਂਦਾ ਆ, ਤੇ ਉਹ ਸਾਰੇ ਬੰਦੇ ਉੱਥੇ ਹਾਜ਼ਰੀ ਤੇ ਆ। ਇੱਕ ਬੜੀ ਖੂਬਸੂਰਤ ਗੱਲ ਤੁਹਾਡੀ ਗੱਲ ਕੱਟ ਰਿਹਾ, ਇੱਕ ਬੜੀ ਖੂਬਸੂਰਤ ਗੱਲ ਦੇਖਣ 'ਚ ਆਈ ਆ ਵੀ ਜਿਹੜੀ ਬਾਲੀਵੁੱਡ ਦੇ ਵਿੱਚ ਫਿਲਮਾਂ ਬਣਦੀਆਂ ਵੀ ਉੜਤਾ ਪੰਜਾਬ, ਉੱਥੇ ਇੱਕ ਸਾਂਝੀ ਸੱਥ ਦੇਖਣ ਨੂੰ ਮਿਲਦੀ ਹੈ ਜਿੱਥੇ ਲਿਖਿਆ ਪੜ੍ਹਤਾ ਪੰਜਾਬ। ਉਹਨਾਂ ਵੀ ਉੜਤਾ ਪੰਜਾਬ ਸਾਨੂੰ, ਉਹ ਚਾਹੇ ਕੇਂਦਰ ਹੋਵੇ ਚਾਹੇ ਬਾਲੀਵੁੱਡ ਦਾ ਸਿਨੇਮਾ ਹੋਵੇ, ਉਹ ਸਾਨੂੰ ਉੜਤਾ ਪੰਜਾਬ ਦਰੀ ਜਾਂਦਾ ਵੀ ਨਸ਼ਿਆਂ ਨੇ ਖਾ ਲਏ। ਪਰ ਜਵਾਨੀ ਜਿਸ
ਨਜ਼ਰੀਏ ਨਾਲ ਸਾਹਮਣੇ ਆਈ ਹੈ ਜਾਂ ਜਿਸ ਜੋਸ਼ ਦੇ ਨਾਲ ਉੱਭਰ ਕੇ ਸਾਹਮਣੇ ਆਈ ਹੈ, ਤੇ ਉੱਥੇ ਜਾ ਕੇ ਉਹ ਜਵਾਨੀ ਜਿਹੜੀ ਆ ਕਿਸਾਨੀ ਦੇ ਨਾਲ ਮਿਲ ਗਈ ਹੈ। ਤੇ ਹੁਣ ਜਿਹੜਾ ਆਉਣ ਵਾਲਾ ਜਿਹੜੀ ਤਬਦੀਲੀ ਹੈ ਪੰਜਾਬ ਦੀ ਸਿਆਸਤ ਦਾ ਚਾਹੇ ਜਾਂ ਪੰਜਾਬ ਦੀ ਜਵਾਨੀ, ਉਹ ਕਿੱਧਰ ਨੂੰ ਜਾ ਰਹੀ ਹੈ? ਇਹ ਬੇਸਿਕਲੀ ਤੁਹਾਡਾ ਕਰੈਕਟਰ ਸ਼ੋ ਹੋ ਰਿਹਾ ਹੈ। ਮੈਂ ਦੱਸਿਆ ਨਾ ਕਿ ਤੁਸੀਂ ਫਿਲਮਾਂ ਬੇਸਿਕਲੀ ਕਮਰਸ਼ੀਅਲ ਐਂਗਲ ਆ ਕਿ ਵੇਚਣਾ ਕੀ ਹੈ। ਸੋ ਤੁਸੀਂ ਕੋਈ ਵੀ ਪਕਵਾਨ ਖਾਂਦੇ ਹੋ ਤੇ ਸਪੈਸ਼ਲ ਮਸਾਲਾ ਨਿੰਬੂ ਪਿਆਜ਼ ਪਾ ਕੇ ਤੁਹਾਨੂੰ ਪਕਵਾਨ ਦਿੱਤਾ ਜਾਂਦਾ, ਸੋ ਉਹ ਸਪੈਸ਼ਲ ਮਾਰਕੀਟਿੰਗ ਕਰਕੇ ਸੋਹਣਾ ਸਜਾ ਕੇ ਵੇਚਣ ਦਾ ਤਰੀਕਾ ਹੈ ਕਿ ਜਦ ਤੱਕ ਮਸਾਲਾ ਨਹੀਂ ਹੋਏਗਾ ਵਿਕੇਗਾ ਨਹੀਂ। ਬਟ ਇੱਕ ਕਿਰਦਾਰ ਆ ਇੱਥੋਂ ਦੇ ਲੋਕਾਂ ਦਾ, ਇੱਕ ਕਰੈਕਟਰ ਆ ਇੱਥੋਂ ਦੇ ਲੋਕਾਂ ਦਾ, ਜਿਹਨੂੰ ਜੰਗਲ 'ਚ ਮੰਗਲ ਕਹਿੰਦੇ ਆ। ਵੀ ਉਹ ਜਿਹੜੇ ਲੋਕ ਪੱਤੇ ਖਾ ਕੇ ਨਹੀਂ ਖਤਮ ਹੋਏ, ਵੀ ਜਦੋਂ ਲੱਗਦਾ ਸੀ ਵੀ ਦੁਨੀਆ ਨਹੀਂ ਬਚੀ, ਤੇ ਜਿਹੜੇ ਉਦੋਂ ਬਚੇ ਪਏ ਨੇ, ਤੇ ਹੁਣ ਤੇ ਉਹ ਮਾੜੀ ਮੋਟੀ ਨੂੰ ਪਰਵਾਹ ਨੂੰ ਤੋਦਾ ਹੀ ਨਹੀਂ ਮੰਨਦੇ ਲੋਕ। ਔਰ ਯੈਸ ਖੁਸ਼ ਨੇ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਿਸੇ ਦੇ ਚਿਹਰੇ ਤੇ ਤੁਹਾਨੂੰ ਸ਼ਿਕਨ ਨਹੀਂ ਮਿਲੂਗੀ, ਚਾਹੇ ਤੁਸੀਂ 90 ਸਾਲਾਂ ਦੇ ਬੇਬੇ ਜਾਂ ਬਾਪੂ ਨਾਲ ਗੱਲ ਕਰ ਲਓ, ਚਾਹੇ ਕਿਸੇ ਵੀ 4 ਸਾਲ ਦੇ ਨਿਆਣੇ ਨਾਲ ਗੱਲ ਕਰ ਲਓ, ਤੁਹਾਨੂੰ ਸਾਰੇ ਮौज ਮਸਤੀ ਦੇ ਰੂਪ 'ਚ ਲੱਗਣਗੇ। ਹੁਣ ਮौज ਮਸਤੀ ਨੂੰ ਜੇ ਮਾਰਕੀਟਿੰਗ ਕਰਨੀ ਹੋਵੇ ਤੁਸੀਂ ਪਿਕਨਿਕ ਬੋਲ ਦੋਗੇ, ਪਰ ਇਹ ਚੜ੍ਹਦੀ ਕਲਾ ਦਾ ਸਬੂਤ ਹੈ। ਇਹ ਤੁਹਾਡੀ ਅਵਸਥਾ ਆ ਕਿ ਤੁਸੀਂ ਮਾੜੀ ਮੋਟੀ ਠੰਡ ਨੂੰ ਜਾਂ ਮਾੜੀ ਮੋਟੀ ਜਿਹੜੀ ਆ ਠੋਕਰ ਲੱਗੀ ਨੂੰ ਤੁਸੀਂ ਪਰਵਾਹ ਨਹੀਂ ਮੰਨਦੇ। ਪਰ ਇਸੇ ਤੇ ਤੁਹਾਡਾ ਕਰੈਕਟਰ ਨਿਕਲ ਕੇ ਬਾਹਰ ਆ ਰਿਹਾ ਕਿ ਤੁਸੀਂ ਉੱਥੇ ਬੈਠੇ ਹੋਣ ਦੇ ਬਾਵਜੂਦ ਵੀ, ਰਿਸੋਰਸਿਸ ਦੇ ਬਾਵਜੂਦ ਵੀ ਤੁਸੀਂ ਸੋਸ਼ਲ ਕੀ ਕੰਟਰੀਬਿਊਟ ਕਰ ਸਕਦੇ ਹੋ। ਅਸੀਂ ਤਾਂ ਤੁਰੇ ਹੀ ਉਸ ਵਿਚਾਰਧਾਰਾ ਤੋਂ ਹਾਂ ਜਿੱਥੇ ਹਮੇਸ਼ਾ ਦੇਣਾ ਹੀ ਸਿੱਖਿਆ ਹੈ। ਸੋ ਚਾਹੇ ਉਹ ਲੰਗਰਾਂ ਦੇ ਰੂਪ 'ਚ ਹੋਵੇ ਜਾਂ ਯੈਸ ਜੇ ਉੱਥੇ ਸਾਡੇ ਨੌਜਵਾਨ ਨੇ, ਨੌਜਵਾਨ ਪੜ੍ਹੇ ਲਿਖੇ ਨੇ, ਸਮਝਦਾਰ ਨੇ, ਔਰ ਉਹਨਾਂ ਨੂੰ ਲੱਗਦਾ ਕਿ ਜਿੰਨੇ ਦਿਨ ਅਸੀਂ ਇੱਥੇ ਹਾਂ ਤੇ ਚੱਲ ਸਾਡੇ ਆਇਆ ਜਿਹੜੇ 4 ਬੱਚੇ ਗਰੀਬ ਨੇ ਜਿਹੜੇ ਨਹੀਂ ਪੜ੍ਹ ਸਕਦੇ ਉਹਨਾਂ ਦਾ ਭਲਾ ਹੋ ਜਾਵੇ। ਸੋ ਇਹ ਐਜੂਕੇਸ਼ਨ ਦਾ ਰੂਪ ਲੈ ਗਿਆ। ਸੋ ਅਲਟੀਮੇਟਲੀ ਉਹ ਆਪਣਾ ਕਿਰਦਾਰ ਵਿਖਾ ਰਹੇ ਨੇ। ਜਿੱਦਾਂ ਤੁਸੀਂ ਵਿਚਾਰਧਾਰਾ ਦੀ ਗੱਲ ਕੀਤੀ ਹੈ, ਮੋਦੀ ਨੇ ਕਿਸੇ ਵੇਲੇ ਪਿਛਲੀ ਵਾਰੀ ਕਿਹਾ ਵੀ ਕਿਸੇ ਸੁਣੀਏ ਕਿਸੇ ਕਹੀਏ, ਸਤਿਗੁਰੂ ਨਾਨਕ ਦਾ ਸਰੂਪ ਉਹਨਾਂ ਨੇ ਪੜ੍ਹਿਆ ਵੀ ਉਹ ਤਾਂ ਕਿਸੇ ਸੁਣੀਏ ਤਾਂ ਕਿਸੇ ਸੁਣੀਏ ਪਹਿਲਾਂ, ਕਿਸੇ ਕਹੀਏ ਬਾਅਦ 'ਚ, ਉਹ ਸੁਣਦਾ ਨਹੀਂ ਕਹਿੰਦਾ ਹੀ। ਇਹ ਬੇਸਿਕਲੀ 2 ਤਰੀਕਾ ਹੁੰਦਾ ਹੈ ਕਿ ਇੱਕ ਹੈਗਾ ਕਿ ਤੁਸੀਂ ਡਿਸਕਸ ਕਰ ਰਹੇ ਹੋ, ਇੱਕ ਹੈਗਾ ਕਿ ਤੁਸੀਂ ਸਿਰਫ ਡਿਕਟੇਟ ਕਰ ਰਹੇ ਹੋ। ਇਹ ਸੰਵਾਦ ਦਾ ਤਰੀਕਾ ਆ। ਸੋ ਇੱਥੇ ਤੁਸੀਂ ਵੇਖੋ ਜਦੋਂ ਤੋਂ ਵੀ ਮਤਲਬ ਕਰੰਟ ਲੀਡਰਸ਼ਿਪ ਆ, ਤੁਸੀਂ ਜੇ ਇੱਕ ਅੱਧੀ ਕੋਈ ਇੰਟਰਵਿਊ ਵੇਖੀ ਹੋਊਗੀ ਪ੍ਰਧਾਨ ਮੰਤਰੀ ਤੇ ਉਹ ਕੰਟਰੋਵਰਸ਼ੀਅਲ ਸੀ, ਵੀ ਉਹਦੇ ਵਿੱਚ ਵੀ ਪੱਤਰਕਾਰਾਂ ਨੂੰ ਧਮਕਾਇਆ ਜਾ ਰਿਹਾ ਸੀ। ਬਿਲਕੁਲ। ਸੋ ਜਦੋਂ ਤੋਂ ਇਹ ਪੱਖ ਹੋ ਗਿਆ ਵੀ ਇਹ ਪੱਤਰਕਾਰ ਜਮਾਤ ਵੀ ਇਦਾਂ ਦੀ ਹੈ ਵੀ ਇਹ ਕਦੇ ਨਾ ਕਦੇ ਗੋਡੇ ਥੱਲੇ ਦੇ ਹੀ ਲੈਂਦੀ ਹੈ, ਸੋ ਦੂਜਾ ਰੁੱਖ ਲੱਭ ਲਿਆ ਕਿ ਜਿਹਦੇ ਵਿੱਚ ਸਿਰਫ ਬੋਲਿਆ ਹੀ ਜਾਵੇ ਤੇ ਤੁਹਾਡੇ ਕੋਲ ਪੁੱਛਣ ਨੂੰ ਕੁਝ ਹੋਵੇ ਹੀ ਨਾ। ਸੋ ਉਹ ਕਰੰਟਲੀ ਤੁਸੀਂ ਲਾਈਕ ਇਹ ਡੈਮੋਕ੍ਰੇਸੀ ਦੀ ਇੱਕ ਡਿਕਟੇਟਰਸ਼ਿਪ ਫਾਰਮ ਹੈ ਇੱਕ ਤਰੀਕੇ ਨਾਲ, ਕਿ ਜਿਹਦੇ ਵਿੱਚ ਜੋ ਮੇਰੇ ਮਨ 'ਚ ਆਇਆ ਮੈਂ ਉਹ ਕਰੂੰਗਾ। ਮਨ ਦੀ ਬਾਤ ਦਾ ਅਸਲ ਮਤਲਬ ਇਹ ਆ ਵੀ ਜੋ ਮੇਰੇ ਮਨ ਆਈਆਂ ਮੈਂ ਉਹ ਕਰੂੰਗਾ। ਜਿਹੜੇ ਇਹਨਾਂ ਦੇ 2 ਲੀਡਰ ਨੇ, ਉਹ ਚਾਹੇ ਹਰਜੀਤ ਗਰੇਵਾਲ ਜਾਂ ਸੁਰਜੀਤ ਸਿੰਘ ਗਿਆਨੀ ਆ, ਇਹ ਪੱਤਰਕਾਰਾਂ ਨੂੰ ਅਸੀਂ ਦੇਖਦੇ ਹਾਂ ਸਵਾਲ ਕਰਦੇ ਨੇ ਵੀ ਐਂ ਕਰ ਦਿਆਂਗੇ ਜੋ ਕਰ ਦਿਆਂਗੇ। ਹਾਲਾਂਕਿ ਇਹਨਾਂ ਦਾ ਬਾਈਕਾਟ ਵੀ ਹੋਇਆ, ਸੋਸ਼ਲ ਬਾਈਕਾਟ ਦੇ ਬੈਨਰ ਲੱਗੇ, ਪਰ ਅਕਲ ਕਿੱਥੇ ਇਹਨਾਂ ਦੀ ਅਟਕ ਗਈ ਯਾਰ ਸਮਝ ਨਹੀਂ ਆਉਂਦੀ। ਪਰ ਫਿਰ ਵੀ ਕਹਿ ਰਹੇ ਨੇ ਵੀ ਅਸੀਂ 2022 ਦੇ ਵਿੱਚ ਇੱਥੇ ਭਾਜਪਾ ਦੀ ਸਰਕਾਰ ਬਣਾਵਾਂਗੇ। ਕੀ ਲੱਗਦਾ ਵੀ ਸਰਕਾਰ ਇਹਨਾਂ ਦੀ ਬਣ ਜਾਊਗੀ? ਮੈਨੂੰ ਬਹੁਤ ਜ਼ਿਆਦਾ ਪੋਲੀਟੀਕਲ ਹਿਸਾਬ ਨਹੀਂ ਆਉਂਦੇ, ਨਾ ਹੀ ਮੈਨੂੰ ਬਹੁਤ ਸਾਰੇ ਜਿਹੜੇ ਤੁਸੀਂ ਨਾਮ ਲਏ ਇਹਨਾਂ ਲੋਕਾਂ ਦਾ ਨਾਮ ਪਤਾ ਆ। ਪਰ ਇੱਕ ਹੁੰਦੀ ਆ ਕਿ ਤੁਹਾਡੀ ਆਪਣੀ ਹੈਸੀਅਤ, ਇੱਕ ਹੈਗਾ ਵੀ ਤੁਸੀਂ ਚਾਪਲੂਸੀ ਨਾਲ ਆਪਣੇ ਮਾਲਕ ਨਾਲ ਵਫਾਦਾਰ ਹੋਣ ਦਾ ਸਬੂਤ ਦਿੰਦੇ ਹੋ। ਤੇ ਇਹ ਆਬਵੀਅਸਲੀ ਹੁਣ ਕਿਸਾਨ ਤਾਂ ਲੜਦੇ ਨੇ ਵੀ ਆਪਣੀ ਮੰਗ ਲਈ, ਆਪਣੇ ਦੁੱਖ ਲਈ, ਤੇ ਤੁਸੀਂ ਬਹੁਤ ਸਾਰੀਆਂ ਪਾਰਟੀਆਂ ਐਜੀਟੇਸ਼ਨ ਸਪੋਰਟ 'ਚ ਕਰਦੀਆਂ ਨੇ। ਮਤਲਬ ਇਹ ਮੇਰੀ ਸਮਝ ਤੋਂ ਬਾਹਰ ਆ ਕਿ ਸਪੋਰਟ ਦੇ ਵਿੱਚ ਤੁਸੀਂ ਸਪੋਰਟ ਜਦੋਂ ਗਵਰਨਮੈਂਟ ਨੇ ਇੱਕ ਕਾਨੂੰਨ ਪਬਲਿਸ਼ ਕਰਤਾ, ਹੁਣ ਜਿਨ੍ਹਾਂ ਦਾ ਤਾਂ ਢਿੱਡ ਦੁਖਦਾ ਆ ਉਹ ਤਾਂ ਸੜਕਾਂ ਤੇ ਆ ਗਏ, ਤੇ ਸਪੋਰਟ ਵਿੱਚ ਕਿਹੜੇ ਲੋਕ ਆਏ ਵੀ ਜਿਹਨਾਂ ਢਿੱਡ ਨਹੀਂ ਦੁਖਦਾ। ਸੋ ਇਹ ਤਾਂ ਤੁਸੀਂ ਖੁਦ ਆਪਣੀ ਸੱਭਿਅਤਾ ਦਾ, ਤੁਸੀਂ ਖੁਦ ਮਾਨਵਤਾ ਦਾ, ਤੁਸੀਂ ਖੁਦ ਇਨਸਾਨੀਅਤ ਦਾ ਵਿਰੋਧ ਕਰ ਰਹੇ ਹੋ, ਵੀ ਜਾਂ ਤੁਸੀਂ ਉਹਨਾਂ ਦੇ ਵਿਰੋਧ ਕਰਨ ਦਾ ਵਿਰੋਧ ਕਰ ਰਹੇ ਹੋ। ਸੋ ਇਹਦੇ ਪਿੱਛੇ ਤਾਂ ਕੋਈ ਲੌਜਿਕ ਹੈ ਹੀ ਨਹੀਂ। ਉਹਨਾਂ ਕੋਲ ਤਾਂ ਲੌਜਿਕ ਆ ਭਾਈ ਕੱਲ੍ਹ ਨੂੰ ਮੈਂ ਮਾਰਿਆ ਜਾਊਂ, ਮੇਰੀ ਜ਼ਮੀਨ ਲੁੱਟ ਜੂ, ਮੇਰਾ ਕੋਈ ਪੈਸਾ ਧੇਲਾ ਮੇਰੇ ਕੋਲ ਨਹੀਂ ਆਊਗਾ। ਤੇ ਜਿਹੜੇ ਇਹਨਾਂ ਦੇ ਸਹੀ ਹੋਣ ਦਾ ਸਬੂਤ ਦੇ ਰਹੇ ਨੇ, ਉਹ ਮਤਲਬ ਇਹਨੂੰ ਜਾਇਜ਼ ਵੇਖਣਾ ਜਾਂ ਇਹਨੂੰ ਠਹਿਰਾਉਣਾ ਜਾਂ ਇਹਦੇ ਬਾਰੇ ਗੱਲਬਾਤ ਹੀ ਕਰਨੀ ਸ਼ਰਮਿੰਦਗੀ ਵਾਲੀ ਗੱਲ ਹੈ। ਔਰ ਇਹ ਸਿਰਫ ਜਿੱਥੋਂ ਤੱਕ ਮੇਰੀ ਸਮਝ ਆ, ਮੈਂ ਦੱਸਿਆ ਮੈਨੂੰ ਪੋਲੀਟੀਕਲ ਸਮਝ ਬਹੁਤ ਘੱਟ ਆ ਚੀਜ਼ਾਂ ਦੀ, ਪਰ ਫਿਰ ਵੀ ਇਹ ਇਸ ਲਈ ਹੋ ਰਿਹਾ ਵੀ ਥੋੜ੍ਹਾ ਬਹੁਤ ਮਾਹੌਲ ਖਰਾਬ ਕੀਤਾ ਜਾਵੇ, ਥੋੜ੍ਹਾ ਬਹੁਤ ਇਹ ਫੀਲਿੰਗ ਦਿੱਤੀ ਜਾਵੇ ਵੀ ਇਕੱਲੇ ਉਹ ਇਹਦਾ ਕਾਰਨ ਬੇਸਿਕਲੀ ਕਿਸਾਨ ਨੇ, ਜਾਂ ਬੇਸਿਕਲੀ ਜਿਹੜੀ ਐਜੀਟੇਸ਼ਨ ਪਹਿਲੀ ਐਜੀਟੇਸ਼ਨ ਆ, ਸੈਕਿੰਡ ਉਸ ਐਜੀਟੇਸ਼ਨ ਕਰਕੇ ਹੋ ਰਹੀ ਹੈ। ਸੋ ਪਰ ਇਹ ਤੁਹਾਨੂੰ ਇਹਨੂੰ ਐਨਾਲਾਈਜ਼ ਕਰਨਾ ਪਊਗਾ ਕਿ ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਤੁਸੀਂ
ਅੱਜ ਤੱਕ ਕਿੰਨੇ ਐਜੀਟੇਸ਼ਨਸ ਵੇਖੇ ਆ, ਜਦੋਂ ਤੋਂ ਇੰਡੀਆ ਆਜ਼ਾਦ ਵੀ ਨਹੀਂ ਹੋਇਆ ਸੀ ਉਦੋਂ ਤੋਂ ਵੀ ਪਹਿਲੀ ਗੱਲ ਏਡੇ ਵੱਡੇ ਅੰਦੋਲਨ ਕਦੀ ਹੋਏ ਨਹੀਂ, ਜੇ ਹੋਏ ਵੀ ਆ ਤੇ ਉਹ 100% ਪੀਸਫੁਲ ਕਦੀ ਨਹੀਂ ਹੋਏ। ਸੋ 100% ਪੀਸਫੁਲ ਤਾਂ ਨਹੀਂ ਹੋਏ ਬਿਕੋਜ਼ ਉਹ ਇੱਕ ਵਿਚਾਰਧਾਰਾ ਦੇ ਉੱਪਰ ਸੀਗੇ। ਸੋ ਇੱਥੇ ਇਹ ਇਨਸਾਨੀਅਤ ਆ, ਇੱਥੇ ਵਿਚਾਰਧਾਰਾ ਨਹੀਂ ਆ, ਤੇ ਕਿਸਾਨੀ ਹੈ, ਇੱਥੇ ਵਿਚਾਰਧਾਰਾ ਨਹੀਂ ਆ, ਇੱਥੇ ਇਨਸਾਨੀਅਤ ਆ। ਸਾਡਾ ਫੂਡ ਆ, ਸਾਡੀ ਖੇਤੀਬਾੜੀ ਫੂਡ ਦੇ ਨਾਲ ਜੁੜੀ ਹੋਈ ਆ। ਸੋ ਪੋਲਿਟਿਕਸ ਤਾਂ ਉਦੋਂ ਆਉਂਦੀ ਜਦੋਂ ਤੁਹਾਡੇ ਢਿੱਡ ਭਰੇ ਨੇ, ਤੁਹਾਡੇ ਕੋਲ ਭੁੱਖ ਨਹੀਂ ਹੈਗੀ, ਤੁਹਾਡੇ ਉੱਤੇ ਤਨ ਤੇ ਕੱਪੜੇ ਸੋਹਣੇ ਆ, ਤੁਸੀਂ ਚਾਹੁੰਦੇ ਵੀ ਚਲੋ ਯਾਰ ਆਪਾਂ ਕੁਝ ਨਾ ਕੁਝ ਚੰਗਾ ਮਾੜਾ ਸਮਾਜ ਦਾ ਕੁਝ ਕਰ ਰਹੀਏ। ਇਹ ਤੋਂ ਇਹ ਤਾਂ ਜੀਂਦੇ ਹੋਣ ਦੀ ਰਹਿਣ, ਇਹ ਤੁਹਾਡੇ ਕਹ ਲਓ ਕਿ ਬੇਸਿਕ ਲਾਈਫ ਦੀ ਗੱਲ ਆ। ਸੋ ਫੂਡ ਬੇਸਿਕ ਲਾਈਫ ਆ। ਸੋ ਇਹ ਇਸੇ ਕਰਕੇ ਮੈਂ ਕਹਿ ਰਿਹਾ ਕਿ ਇਹ ਕੋਈ ਵਿਚਾਰਧਾਰਾ ਨਹੀਂ ਆ, ਇਹ ਤਾਂ ਤੁਹਾਡੇ ਸਿਰਫ ਤੇ ਸਿਰਫ ਜਿਹੜੇ ਜੀਣ ਦੇ ਹੱਕ ਆ, ਇਹ ਤਾਂ ਉਹਦੇ ਸ਼ਾਮਲ ਆ ਔਰ ਇਹ ਉਹਦੀ ਗੱਲ ਹੀ ਆ ਸਿਰਫ। ਤੇ ਤੁਸੀਂ ਦੇਖਿਆ ਵੀ ਤੁਸੀਂ ਦੱਸਦੇ ਸੀ ਪਹਿਲਾਂ ਇੰਟਰਵਿਊ ਤੋਂ ਪਹਿਲਾਂ ਗੱਲਬਾਤ ਕਰਦੇ ਸੀ ਵੀ ਸਾਡੇ ਸਾਹਮਣੇ ਇੱਕ ਸੁਸਾਈਡ ਹੋ ਗਿਆ, ਕਿਸੇ ਕਿਸਾਨ ਨੇ ਕਰ ਲਿਆ, ਔਰ ਜਿੰਨੇ ਸੁਸਾਈਡ ਹੋ ਚੁੱਕੇ ਨੇ ਉਹ ਹੱਥ ਦੇ ਵਿੱਚ ਕਿਸਾਨ ਮਰਦੇ ਨੇ। ਤੇ ਇਹਦਾ ਜ਼ਿੰਮੇਵਾਰ ਕਿਸੇ ਤੇ ਕੇਸ ਨਹੀਂ ਆ, ਕਹਿੰਦੇ ਭੀੜ ਮਰਦੀ ਹੈ ਤੇ ਮਰੀ ਜਾਏ, ਤੇ ਕੇਸ ਕਿਸੇ ਤੇ ਨਹੀਂ ਹੁੰਦਾ ਨਾ, ਐਕਸ਼ਨ ਕੋਈ ਨਹੀਂ। ਇਹ ਬਹੁਤ ਮੰਦਭਾਗੀ ਗੱਲ ਆ। ਪਹਿਲੀ ਗੱਲ ਤੇ ਜਿਹੜੇ ਵੀਰ ਇਸ ਪਾਸੇ ਨੂੰ ਚੱਲ ਰਹੇ ਨੇ, ਮੇਰੀ ਹੱਥ ਜੋੜ ਕੇ ਅਪੀਲ ਆ ਵੀ ਇਹ ਕੋਈ ਤਰੀਕਾ ਸਹੀ ਨਹੀਂ ਹੈ। ਤੁਸੀਂ ਜੂਝ ਕੇ ਮਰੋ, ਮਤਲਬ ਇਸ ਤਰੀਕੇ ਨਾਲ ਆਪਣੀਆਂ ਜਾਨਾਂ ਨੂੰ ਐਵੇਂ ਬਿਨਾਂ ਮਤਲਬ ਤੋਂ ਗਵਾਉਣਾ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਹੈ। ਹਾਂ, ਸਰਕਾਰਾਂ ਤੇ ਹਰ ਚੀਜ਼ ਲਈ ਦੋਸ਼ੀ ਨੇ। ਤੁਸੀਂ ਸੋਚੋ ਕਿ ਅਸੀਂ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਹਾਂ, ਇੱਕ ਵਾਰੀ ਨਿਊਜ਼ੀਲੈਂਡ ਦੇ ਵਿੱਚ ਇੱਕ ਜਿਹੜੀ ਸਕੀਮ ਹੈ ਜਿਹਦੇ ਵਿੱਚ ਕਿ ਸਟੂਡੈਂਟ ਨੂੰ ਬਹੁਤ ਸਾਰੇ ਰੁਪਈਏ ਨਾਲ ਲਿਜਾਣੇ ਪੈਂਦੇ ਆ। ਸੋ ਇੱਕ ਬੱਚੇ ਨੇ ਨਿਊਜ਼ੀਲੈਂਡ ਦੇ ਵਿੱਚ ਸੁਸਾਈਡ ਕਰ ਲਿਆ ਸੀ, ਤੇ ਉੱਥੋਂ ਦੀ ਮੌਜੂਦਾ ਸਰਕਾਰ ਨੂੰ ਲੱਗਾ ਕਿ ਇਹ ਬੱਚਾ ਸਾਡੇ ਮੁਲਕ ਪੜ੍ਹਾਈ ਲਈ ਆਇਆ, ਸਾਡੇ ਕਹਿਣ ਤੇ ਇਹਨੇ ਪੈਸੇ ਜਮ੍ਹਾਂ ਕਰਾਏ, ਹਾਲਾਂਕਿ ਅਸੀਂ ਕਿਹਾ ਸੀ ਕਿ ਆਪਣੇ ਪੈਸੇ ਜਮ੍ਹਾਂ ਕਰਾਓ। ਸੋ ਇਹਨੇ ਫੜ ਤੜ ਕੇ ਕਿਸੇ ਕੋ ਪੈਸੇ ਜਮ੍ਹਾਂ ਕਰਾਏ, ਤੇ ਅੱਜ ਇਹ ਤੇ ਪ੍ਰੈਸ਼ਰ ਸੀਗਾ ਪੈਸੇ ਵਾਪਸ ਮੋੜਨ ਦਾ, ਤੇ ਇਹ ਅਗਰ ਸੁਸਾਈਡ ਕਰ ਗਿਆ ਤੇ ਇਹਦੇ ਵਿੱਚ ਸਰਕਾਰ ਦਾ ਦੋਸ਼ ਹੈ। ਸੋ ਉੱਥੋਂ ਦੀ ਗਵਰਨਮੈਂਟ ਨੇ ਇਮੀਡੀਏਟਲੀ ਸਕੀਮ ਬੰਦ ਕਰਤੀ, ਐਜੂਕੇਸ਼ਨ ਬੰਦ ਕਰਤੀ। ਸਟੂਡੈਂਟ ਨੂੰ ਤਾਂ ਯੈਸ ਜੋ ਕਰਨਾ ਸੀ ਉਸ ਮੌਕੇ ਤੇ ਕੀਤਾ, ਬਟ ਗਵਰਨਮੈਂਟ ਨੇ ਜ਼ਿੰਮੇਵਾਰੀ ਲੈਂਦੇ ਹੋਏ ਤਮਾਮ ਸਕੀਮ ਬੰਦ ਕਰਤੀ। ਤੇ ਉਹ ਸਾਡੀ ਮੰਦਭਾਗੀ ਆ ਕਿ ਇੱਥੋਂ ਦੀ ਕਿ ਇੱਥੇ ਅਸੀਂ ਬੰਦਿਆਂ ਨੂੰ ਬੰਦੇ ਨਹੀਂ ਸਮਝਦੇ, ਅਸੀਂ ਨਗ ਸਮਝਦੇ ਹਾਂ ਵੀ ਇੰਨੇ ਕੁ ਨਗ ਝੜ ਗਏ ਤੇ ਇੰਨੇ ਕੁ ਬਚੇ ਆ। ਸੋ ਜਿੱਦਣ ਅਸੀਂ ਬੰਦੇ ਸਮਝਣ ਲੱਗ ਜਾਾਂਗੇ ਉਦੋਂ ਦਾ ਤੁਹਾਡੇ ਖੁਦ ਦਾ ਸੋਚਣ ਸਮਝਣ ਦਾ ਤਰੀਕਾ ਬਦਲ ਜਾਊਗਾ। 9 ਮੀਟਿੰਗਾਂ ਹੋ ਚੁੱਕੀਆਂ ਨੇ, 15 ਤਰੀਕ ਨੂੰ ਫਿਰ ਮੀਟਿੰਗ ਹੈ। ਤੁਹਾਨੂੰ ਲੱਗਦਾ ਵੀ ਸਿੱਟਾ ਨਿਕਲ ਜੂਗਾ 15 ਦੀ ਮੀਟਿੰਗ? 15 ਨੂੰ ਨਿਕਲੇ, 25 ਨੂੰ ਨਿਕਲੇ, ਚਾਹੇ 35 ਨੂੰ ਨਿਕਲੇ, ਅਖੀਰੀ ਗੱਲ ਆ ਇਹ ਸਿੱਟਾ ਤੇ ਨਿਕਲਣਾ ਹੀ ਨਿਕਲਣਾ ਹੈ, ਕਿਉਂਕਿ ਸਰਕਾਰ ਦੇ ਕੋਲ ਕੋਈ ਦੂਸਰਾ ਜੇ ਕਹੀਏ ਨਾ ਵੀ ਵਿਕਲਪ ਹੈ ਹੀ ਨਹੀਂ ਆ, ਨਾ ਹੀ ਇਹਨਾਂ ਲੋਕਾਂ ਨੇ ਛੱਡਿਆ ਆ। ਸੋ ਅਲਟੀਮੇਟਲੀ ਇਸ ਤੋਂ ਥੱਲੇ ਕਿਸੇ ਨੂੰ ਕੋਈ ਮਨਜ਼ੂਰ ਵੀ ਹੈ ਨਹੀਂ ਹੈ। ਸੋ ਸਿੱਟਾ ਤੇ ਜ਼ਰੂਰ ਨਿਕਲੂਗਾ ਵੀ ਇਹਨਾਂ ਦੇ ਪੱਖ ਵਿੱਚ। ਹਾਂ, ਕਿਉਂਕਿ ਗਵਰਨਮੈਂਟ ਪੋਲਿਟਿਕਸ ਤੋਂ ਬਣੀ ਪਈ ਆ, ਉਹਦਾ ਆਧਾਰ ਪੋਲਿਟਿਕਸ ਆ। ਹੁਣ ਗਵਰਨਮੈਂਟ ਦੇ ਕੋਲ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ ਆ ਕਿ ਗਵਰਨਮੈਂਟ ਇਹਨੂੰ ਸਹੀ ਨੂੰ ਗਲਤ ਤੇ ਗਲਤ ਨੂੰ ਸਹੀ ਕਿੱਦਾਂ ਸਿੱਧ ਕਰ ਦੇਵੇ, ਔਰ ਸਰਕਾਰਾਂ ਵਜ਼ਾਰਤਾਂ ਉਹਨਾਂ ਦੇ ਕੋਲ ਬਹੁਤ ਸਾਰੇ ਸੰਦ ਹਥਿਆਰ ਨੇ। CBI ਜਿਨ੍ਹਾਂ ਦੇ ਵਿੱਚੋਂ ਇੱਕ ਆ, ED ਉਹਨਾਂ ਦੇ ਵਿੱਚੋਂ ਇੱਕ ਆ, ਸੁਪਰੀਮ ਕੋਰਟ ਵੀ ਅੱਜ ਕੱਲ੍ਹ ਉਹਨਾਂ ਦੇ ਵਿੱਚੋਂ ਇੱਕ ਆ। ਸੋ ਜਿਹੜੀ ਗੱਲ ਸਰਕਾਰ ਤੇ ਨੂੰ ਨਹੀਂ ਮਨਾ ਸਕਦੀ, ਉਹ ਮੁੜ ਕੇ ਕਹਿ ਦਿੱਤਾ ਜਾਂਦਾ ਜੀ ਨਿਆਂਪਾਲਿਕਾ ਦਾ ਹੁਕਮ ਹੋ ਗਿਆ ਤੇ ਤਾਂ ਇਦਾਂ ਹੋ ਗਿਆ। ਆਉਣ ਵਾਲੇ ਸਮੇਂ 'ਚ ਵੇਖੋਗੇ ਤੁਸੀਂ ਕੋਰਟ, ਲੋਅਰ ਕੋਰਟ, ਹਾਇਰ ਕੋਰਟ ਜਾਂ ਕੋਈ ਵੀ ਕੋਰਟ, ਇਹ ਫੈਸਲੇ ਇਸੇ ਪਾਸਿਓਂ ਆਉਣਗੇ, ਕਿਉਂਕਿ ਸਰਕਾਰ ਕੋਲ ਆਪਣੀ ਕਿਰਕਰੀ ਬਚਾਉਣ ਤੋਂ ਇਲਾਵਾ ਕੋਈ ਦੂਸਰਾ ਇਹਨਾਂ ਹਥਿਆਰਾਂ ਨੂੰ ਵਰਤੇ ਬਿਨਾਂ ਹੋਰ ਕੋਈ ਹੱਲ ਵੀ ਨਹੀਂ ਨਿਕਲਦਾ। ਮਨ ਕੀ ਬਾਤ ਕਰਦੇ ਨੇ ਮੋਦੀ ਸਾਹਿਬ, ਤੇ ਤੁਸੀਂ ਆਪਣੀ ਮਨ ਕੀ ਬਾਤ ਆਖਰ ਵਿੱਚ ਕੀ ਕਰੋਗੇ? ਮਨ ਕੀ ਬਾਤ ਸਾਡੀ ਅਸੀਂ ਤੇ ਪ੍ਰਧਾਨ ਮੰਤਰੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਵੀ ਜੇ ਉਹਨਾਂ ਨੇ ਇਹ ਕਾਲੇ ਕਾਨੂੰਨ ਨਹੀਂ ਲਿਆਂਦੇ ਹੁੰਦੇ ਤੇ ਸਾਨੂੰ ਸਾਡੀ ਕੌਮ ਦੇ ਵਿੱਚ ਏਡਾ ਤਕੜਾ ਇਕੱਠ ਦੇਖਣ ਨੂੰ ਨਹੀਂ ਮਿਲਦਾ। ਸਾਨੂੰ ਪੂਰੇ ਕੌਮ, ਤੁਸੀਂ ਦੇਖੋ ਪੰਜਾਬ ਹਰਿਆਣਾ ਹੁਣ ਅੱਜ ਲੱਗਣ ਲੱਗ ਪਿਆ ਵੀ ਸਾਰੀ ਵਾਰ ਹਰਿਆਣਾ ਪਾਣੀਆਂ ਨਹੀਂ ਲੜਦਾ ਸੀ, ਅੱਜ ਹਰਿਆਣਾ ਛੋਟਾ ਭਰਾ ਲੱਗਣ ਲੱਗ ਗਿਆ। ਸੋ ਪੰਜਾਬ, ਹਰਿਆਣਾ, ਰਾਜਸਥਾਨ, UP ਜਿਹੜੇ ਸਾਡੇ ਨੂੰ ਕਿਸੇ ਨਾ ਕਿਸੇ ਰੂਪ 'ਚ ਹੀ ਵੰਡੇ ਪਏ ਸੀ, ਉਹ ਸਾਰੇ ਇਕੱਠੇ ਹੋ ਗਏ। ਸੋ ਬਹੁਤ ਧੰਨਵਾਦ ਆ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਇਹ ਦਿਲ ਦਿਖਾਏ, ਤੇ ਸਾਨੂੰ ਜਿਹੜੇ ਅਸੀਂ ਨਿੱਕੀਆਂ ਚੀਜ਼ਾਂ ਦੇ ਉੱਪਰ ਵੰਡੇ ਪਏ ਸੀ, ਜਾਤਾਂ ਪਾਤਾਂ, ਪੋਲੀਟੀਸ਼ੀਅਨਸ, ਰਿਲੀਜਨ, ਸੋ ਅਸੀਂ ਪਤਾ ਨਹੀਂ ਕਿੰਨੀਆਂ ਕੁ ਆਪਣੇ ਸੈਗਮੈਂਟਸ ਵੰਡਣ ਵਾਲੇ ਬਣਾਏ ਪਏ ਸੀ। ਸੋ ਇਹਨਾਂ ਸਭ ਦਾ ਨਿਬੇੜਾ ਕਰਨ ਲਈ ਮੋਦੀ ਸਾਹਿਬ ਦਾ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ।